ਜੋ ਲੜੀਵਾਰ ਵਿਚਾਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਲੜੀਵਾਰ ਸ਼ਬਦ ਵਿਚਾਰ ਰਾਗ ਬਿਲਾਵਲ ਵਿੱਚ ਹੀ ਹੈ। ਆਓ ਕਰੋ ਮਨ ਬਿਰਤੀਆਂ ਨੂੰ ਇਕਾਗਰ, ਪਾਵਨ ਪਵਿੱਤਰ ਲੜੀਵਾਰ ਸ਼ਬਦ ਵਿਚਾਰ ਪ੍ਰਾਰੰਭ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਚੌਥਾ। ਗੁਰਮੁਖ ਆਗਮ ਅਗੋਚਰ ਧਿਆਇਆ, ਹਉ ਬਲ ਬਲ ਸਤਿਗੁਰ ਸਤਿਪੁਰਖਈਆ। ਇਹ ਭਾਈ ਗੁਰਮੁਖ ਗੁਰੂ ਦੇ ਰਾਹੀਂ ਅਗਮ ਅਗੋਚਰ ਧਿਆਇਆ, ਉਹ ਪਰਿਪੂਰਨ ਪਰਮਾਤਮਾ ਜੋ ਅਗੰਮ ਹੈ, ਜੋ ਅਗੋਚਰ ਹੈ, ਜਿੱਥੋਂ ਤੱਕ ਪਹੁੰਚ ਨਹੀਂ ਹੋ ਸਕਦੀ, ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਐਸੇ ਮਾਲਕ ਨੂੰ ਗੁਰੂ ਰਾਹੀਂ ਸਿਮਰਿਆ ਮੈਂ, ਐਸੇ ਮਾਲਕ ਜੀ ਤੋਂ ਹਉ ਬਲ ਬਲ ਸਤਿਗੁਰ ਸਤਿਪੁਰਖਈਆ। ਮੈਂ ਐਸੇ ਮਾਲਕ ਤੋਂ ਵਾਰ ਨੇ ਬਲਿਹਾਰ ਜਾਂਦਾ ਹਾਂ। ਰਾਮ ਨਾਮ ਮੇਰਾ ਪ੍ਰਾਣ ਵਸਾਏ, ਸਤਿਗੁਰ ਪਰਸ ਹਰ ਨਾਮ ਸਮਈਆ। ਇਹ ਭਾਈ ਮਾਲਕ ਨੇ ਹੁਣ ਕੀ ਰਹਿਮਤ ਕੀਤੀ ਹੈ। ਐਸੇ ਮਾਲਕ ਜੀ ਨੇ ਰਾਮ ਨਾਮ ਮੇਰਾ ਪ੍ਰਾਣ ਵਸਾਏ, ਪਰਿਪੂਰਨ ਪਰਮਾਤਮਾ ਜੀਆਂ ਨੇ ਰੱਬ ਦਾ ਨਾਮ ਮੇਰੇ ਪ੍ਰਾਣਾ ਵਿੱਚ ਵਸਾ ਦਿੱਤਾ ਹੈ। ਪ੍ਰਾਣਾ ਵਿੱਚ ਵਸਾ ਦਿੱਤਾ ਭਾਵ ਇਸ ਦਾ ਕੀ ਕਿ ਜਿਸ ਪ੍ਰਕਾਰ ਪ੍ਰਾਣ ਪਏ ਚੱਲਦੇ ਹਨ, ਹੁਣ ਪਰਿਪੂਰਨ ਪਰਮਾਤਮਾ ਜੀ ਕਾ ਨਾਮ ਵੀ ਇਸੇ ਤਰ੍ਹਾਂ ਪਿਆ ਚੱਲਦਾ ਹੈ। ਰਾਮ ਨਾਮ ਮੇਰਾ ਪ੍ਰਾਣ ਵਸਾਏ, ਪਰਿਪੂਰਨ ਪਰਮਾਤਮਾ ਜੀ ਨੇ ਮੇਰੇ ਪ੍ਰਾਣਾ ਅੰਦਰ ਰੱਬ ਦਾ ਨਾਮ ਵਸਾਇਆ। ਸਤਿਗੁਰ ਪਰਸ ਮਾਲਕ ਜੀਓ ਸੰਗ ਜੁੜ ਕਰਕੇ ਹਰ ਨਾਮ ਸਮਈਆ, ਮੈਂ ਵੀ ਉਸ ਹਰ ਨਾਮ ਦੇ ਅੰਦਰ ਸਮਾਇਆ ਹਾਂ। ਜਨ ਕੀ ਟੇਕ ਹਰ ਨਾਮ ਟਿਕਈਆ। ਇਹ ਭਾਈ ਸੇਵਕ ਜਨ ਦੀ ਜਿਹੜੀ ਟੇਕ ਹੈ ਉਹ ਪਰਿਪੂਰਨ ਪਰਮਾਤਮਾ ਜੀਓ ਕੀ ਨਾਮ ਟੇਕ ਹੀ ਹੈ। ਹਰੀ ਪਰਿਪੂਰਨ ਪਰਮਾਤਮਾ ਜੀ ਕੀ ਟੇਕ ਹੈ। ਸਤਿਗੁਰ ਕੀ ਧਰ ਲਾਗਾ ਜਾਵਾ, ਗੁਰ ਕਿਰਪਾ ਤੇ ਹਰ ਦਰ ਲਹੀਆ। ਮੈਂ ਮਾਲਕ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਤੁਰਦਾ ਜਾਵਾਂ, ਸਤਿਗੁਰ ਕੀ ਧਰ ਲਾਗਾ ਜਾਵਾਂ, ਤਥਾ ਗੁਰੂ ਦੀ ਕਿਰਪਾ ਦੇ ਸਦਕਾ ਉਸ ਮਾਲਕ ਦਾ ਦਰ ਲਹੀਆ। ਦਰ ਲਹੀਆ ਭਾਵ ਉਸ ਮਹਿਲ ਦਾ ਜਿਹੜਾ ਦਰਵਾਜ਼ਾ ਸੀ ਉਹ ਲੱਭ ਗਿਆ। ਸਤਿਗੁਰ ਦੀ ਕਿਰਪਾ, ਮਾਲਕ ਜੀ ਕੀ ਰਹਿਮਤ ਸਦਕਾ ਗੁਰ ਕਿਰਪਾ ਤੇ ਹਰ ਦਰ ਲਈਆ। ਹਰੀ ਪ੍ਰਭੂ ਦਾ ਦਰਵਾਜ਼ਾ ਸੀ ਭਾਈ, ਉਹ ਮੈਨੂੰ ਮਿਲ ਗਿਆ ਹੈ। ਰਹਾਉ ਇਹੋ ਸਰੀਰ ਕਰਮ ਕੀ ਧਰਤੀ, ਗੁਰਮੁਖ ਮਥ ਮਥ ਤਤ ਕਢਈਆ। ਇਹ ਭਾਈ ਇਹ ਸਰੀਰ ਇੱਥੇ ਕਮਾਉਣ ਯੋਗ ਕਰਮ ਕੀ ਧਰਤੀ ਹੈ। ਜਿਸ ਥਾਂ ਤੇ ਆਣ ਕੇ ਸਾਧ ਸੰਗਤ ਜੀਓ ਧਰਮ ਕਰਮ ਕਮਾਉਣਾ ਹੈ, ਇਸ ਸਰੀਰ ਇਸ ਵਾਰੀ ਦੇ ਅੰਦਰ ਇਹ ਸਰੀਰ ਕਰਮ ਕੀ ਧਰਤੀ। ਹੁਣ ਭਾਈ ਹੁਣ ਇਸ ਕਰਮ ਕੀ ਧਰਤੀ ਵਿੱਚ ਇਹ ਵੀ ਗੱਲ ਪੱਕੀ ਹੈ ਕਿ ਜੋ ਮਨੁੱਖ ਬੀਜੇਗਾ ਉਹ ਮਨੁੱਖ ਵੱਢੇਗਾ। ਇਹ ਸਰੀਰ ਕਰਮ ਕੀ ਧਰਤੀ ਤੇ ਜਿਹੜੇ ਭਾਈ ਗੁਰਮੁਖ ਜਨ ਹੈਣ, ਗੁਰਮੁਖ ਮਥ ਮਥ ਤਤ ਕਢਈਆ। ਗੁਰਮੁਖਾਂ ਨੇ ਇਸ ਜੀਵਨ ਦੇ ਵਿੱਚੋਂ ਤਤ ਕਢਈਆ ਭਾਵ ਪਰਿਪੂਰਨ ਪਰਮਾਤਮਾ ਜੀਓ ਕੇ ਨਾਮ ਰੂਪੀ ਤਤ ਨੂੰ ਰਿੜਕ ਰਿੜਕ ਕੇ ਕੱਢ ਲਿਆ ਹੈ। ਉਦਾਹਰਨਾਂ ਦਿੱਤੀਆਂ ਹਨ ਦੋ, ਇੱਕ ਧਰਤੀ ਦੀ, ਇੱਕ ਮੱਖਣ ਰੂਪੀ ਤਤ ਕੱਢਣ ਦੀ। ਦੋਹਾਂ ਨੂੰ ਹੀ ਸੋਧ ਕੇ, ਦੋਹਾਂ ਨੂੰ ਹੀ ਰਿੜਕ ਕੇ, ਦੋਹਾਂ ਨੂੰ ਹੀ ਮਥ ਮਥ ਕੇ ਇਹਦੇ ਵਿੱਚੋਂ ਤਤ ਨਸੀਬ ਹੋਇਆ ਹੈ। ਕਰਮ ਕੀ ਧਰਤੀ ਤੋਂ ਭਾਵ ਪਹਿਲਾਂ ਫਸਲ ਬੀਜੀ, ਫਸਲ ਵੱਢੀ, ਫਿਰ ਉਹਦੇ ਵਿੱਚੋਂ ਜੋ ਸਨ ਦਾਣੇ ਉਹ ਇੱਕ ਪਾਸੇ ਕੱਢ ਲਏ, ਜਿਹੜੇ ਫੂਕ ਸੀ ਉਹ ਇੱਕ ਪਾਸੇ ਬਾਕੀ ਰਹਿ ਗਈ। ਇਸੇ ਤਰ੍ਹਾਂ ਹੀ ਜਦੋਂ ਦੁੱਧ ਚੋ ਕੇ ਲਿਆਂਦਾ, ਉਹਦੇ ਵਿੱਚੋਂ ਮੱਖਣ ਰੂਪੀ ਤੱਤ ਇੱਕ ਪਾਸੇ ਕੱਢ ਲਿਆ, ਜਿਹੜੀ ਛਾਛ ਸੀ ਉਹ ਬਾਕੀ ਰਹਿ ਗਈ। ਉਦਾਹਰਣ ਦਿੱਤੀ, ਇਹ ਸਰੀਰ ਕਰਮ ਕੀ ਧਰਤੀ। ਇਸ ਮਨੁੱਖਾ ਵਾਰੀ ਅੰਦਰ ਕਰਮ ਕਮਾਇਆ, ਕਰਮ ਕਮਾਉਂਦਿਆਂ ਕਮਾਉਂਦਿਆਂ ਮਾਲਕ ਸੱਚੇ ਪਾਤਸ਼ਾਹ ਜੀਓ ਕੇ ਨਾਮ ਰੂਪੀ ਤੱਤ ਨੂੰ ਵੀ ਕੱਢ ਲਿਆ।
ਇਸ ਸਰੀਰ ਦੇ ਵਿੱਚੋਂ, ਇਸ ਵਾਰੀ ਦੇ ਵਿੱਚੋਂ ਲਾਲ ਜਵੇ ਹਰ ਨਾਮ ਪ੍ਰਗਾਸਿਆ ਭਾਂਡੈ ਪਾਉ ਪਵੈ ਤਿਤ ਅਈਆ। ਮਾਲਕ ਜੀ ਨੇ ਰਹਿਮਤ ਕੀਤੀ ਜਿਨ੍ਹਾਂ ਹਿਰਦਿਆਂ ਦੇ ਅੰਦਰ ਪਰਿਪੂਰਨ ਪਰਮਾਤਮਾ ਜੀ ਕਾ ਨਾਮ ਪ੍ਰਗਾਸਿਆ, ਉਸ ਹਿਰਦੇ ਰੂਪੀ ਭਾਂਡੇ ਦੇ ਅੰਦਰ ਮਾਲਕ ਜੀ ਨੇ ਪ੍ਰੇਮ ਜਗਾ ਦਿੱਤਾ। ਭਾਂਡਾ ਭਾਉ ਪਵੈ ਤਿਤ ਅਈਆ, ਉਸ ਹਿਰਦੇ ਰੂਪੀ ਭਾਂਡੇ ਅੰਦਰ ਮਾਲਕ ਜੀ ਨੇ ਪ੍ਰੇਮ ਜਗਾ ਦਿੱਤਾ ਹੈ। ਦਾਸਨ ਦਾਸ ਦਾਸ ਹੋਏ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ। ਇਹ ਭਾਈ ਜੋ ਜਨ ਰਾਮ ਭਗਤ ਨਿਜ ਭਈਆ, ਜਿਹੜਾ ਪਰਿਪੂਰਨ ਪਰਮਾਤਮਾ ਜੀ ਕਾ ਸੇਵਕ ਬਣਿਆ ਹੈ ਨਾ, ਉਹਦਾ ਭਗਤ ਬਣਿਆ ਹੈ ਰਾਮ ਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਅਗਾਂ ਜਿਹੜੇ ਉਹਦੇ ਦਾਸ ਹਨ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਬਣ ਜਾਵਾਂ। ਜੋ ਜਨ ਰਾਮ ਭਗਤ ਨਿਜ ਭਈਆ, ਦਾਸਨ ਦਾਸ ਦਾਸ ਹੋਏ ਰਹੀ ਹੈ, ਮੈਂ ਅੱਗੇ ਉਹਨਾਂ ਦੇ ਗੋਲੇ ਦਾ, ਉਹਨਾਂ ਦੇ ਗੁਲਾਮ ਦਾ ਅਗਾਂ ਮੈਂ ਗੁਲਾਮ ਬਣ ਜਾਵਾਂ। ਜਿਨ੍ਹਾਂ ਨੇ ਮਾਲਕ ਪਰਿਪੂਰਨ ਪਰਮਾਤਮਾ ਜੀ ਦੇ ਨਾਮ ਨੂੰ, ਜਿਨ੍ਹਾਂ ਉੱਪਰ ਮਾਲਕ ਜੀ ਨੇ ਇਹ ਰਹਿਮਤ ਕੀਤੀ ਹੈ। ਮਨ ਬੁੱਧ ਅਰਪ ਤਰੋ ਗੁਰ ਆਗੈ ਗੁਰ ਪ੍ਰਸਾਦੀ ਮੈਂ ਅਕਥ ਕਥਈਆ। हे ਭਾਈ, ਮੈਂ ਆਪਣਾ ਮਨ, ਮੈਂ ਆਪਣੀ ਬੁੱਧ ਧਰੋਂ ਗੁਰ ਆਗਾ, ਮੈਂ ਮਾਲਕ ਜੀਆਂ ਦੇ ਸਮਕਸ਼ ਧਰ ਦਿੰਦਾ ਹਾਂ। ਮਾਲਕ ਜੀਆਂ ਦੇ ਕੋਲ ਧਰ ਦਿੱਤੀ ਹੈ ਆਪਣੀ ਮਤ ਬੁੱਧ ਕਿ हे ਮੇਰੇ ਮਾਲਕ ਜੀ, ਹੁਣ ਇਸ ਮਤ ਬੁੱਧ ਨੂੰ ਗੁਰਦੇਵ ਜੀ ਆਪ ਕਿਰਪਾ ਕਰਕੇ ਤੁਸੀਂ ਸਵਾਰ ਦਵੋ। ਮਨ ਬੁੱਧ ਅਰਪ ਧਰੋਂ ਗੁਰ ਆਗਾ, ਗੁਰੂ ਦੇ ਅੱਗੇ ਧਰ ਦਿੱਤੀ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਸਹਿਤ ਮੈਂ ਅਕਥ ਕਥਈਆ, ਉਸ ਅਕਥ ਨੂੰ ਮੈਂ ਵਰਣਨ ਕੀਤਾ ਹੈ, ਉਸ ਅਕਥ ਦੇ ਗੁਣਾਂ ਨੂੰ ਮੈਂ ਗਾਇਆ ਹੈ। ਉਹ ਪਰਿਪੂਰਨ ਪਰਮਾਤਮਾ ਜੋ ਅਕਥ ਹੈ, ਜਿਹੜਾ ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ, ਮੈਂ ਉਹਦੇ ਗੁਣਾਂ ਨੂੰ ਗਾਇਨ ਕੀਤਾ ਹੈ। ਕਿਵੇਂ ਜੀ? ਮਨ ਬੁੱਧ ਅਰਪ ਧਰੋਂ ਗੁਰ ਆਗਾ, ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਰਹਿਮਤ ਸਦਕਾ ਉਸ ਪਰਿਪੂਰਨ ਪਰਮਾਤਮਾ ਜੀ ਕੇ ਚਲਕਾਰੇ ਗੁਰੂ ਨੇ ਮੈਨੂੰ ਕਰਵਾਏ ਹਨ। ਮਨ ਮੁਖ ਮਾਇਆ ਮੋਹਿ ਵਿਆਪੇ ਇਹੋ ਮਨ ਤ੍ਰਿਸ਼ਨਾ ਜਲਤ ਤੇ ਖਈਆ। ਇਹ ਮਨੁਆ ਤ੍ਰਿਸ਼ਨਾ ਦੇ ਸਹਿਤ, ਤ੍ਰਿਸ਼ਨਾ ਦੇ ਕਾਰਨ ਜਲਤ ਤਖਈਆ, ਤਖਈਆ ਕਹੀਏ ਵੀ ਸੜਿਆ ਪਿਆ ਹੈ। ਮਨਮੁਖ ਮਾਇਆ ਮੋਹਿ ਵਿਆਪੇ, ਹਿਰਦੇ ਦੇ ਅੰਦਰ ਮਨਮੁਖ ਦੇ ਮਹਾਰਾਜ ਬਚਨ ਪਏ ਕਰਦੇ ਹਨ ਭਾਈ, ਮਾਇਆ ਵਿਆਪਦੀ ਹੈ, ਜਿਹਦੇ ਕਾਰਨ ਇਹ ਮਨੁਆ ਤ੍ਰਿਸ਼ਨਾ ਕਾਰਨ ਭਾਵ ਸੜਿਆ ਹੋਇਆ ਹੈ। सतगुरु गुरु नानक देव महाराज जियों का पावन पवित्र बोल, जिस पावन पवित्र बचन ਨੂੰ ਸੁਣ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਦੁਆਰੇ ਤੇ ਪਹੁੰਚੇ। ਮਾਰੂ ਮਹੱਲਾ ਪਹਿਲਾ। ਸਤਿਗੁਰੂ ਜੀਓ ਨੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਰਹਿਮਤ ਕੀਤੀ। ਕਹਿਣ ਲੱਗੇ ਕਿ ਇਹ ਜਿਹੜਾ ਮਨੁਆ ਸੀ, ਇਹਦੇ ਉੱਪਰ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ। ਇਹ ਮਨੁਆ ਸੜਿਆ ਹੋਇਆ ਮਨੁਆ, ਜਿਵੇਂ ਭੱਠੀ ਦੇ ਅੰਦਰ ਕੋਈ ਲੋਹਾ ਰਹਿ ਜਾਏ, ਸੜ ਸੜ ਕੇ ਵਕਾਰਾਂ ਰੂਪੀ ਭੱਠੀ ਅੰਦਰ, ਉਹ ਮਨੁਆ ਫਿਰ ਮਨੂਰ ਬਣ ਗਿਆ, ਭਾਵ ਕਿਸੇ ਕੰਮ ਨਹੀਂ ਆਇਆ। ਤੇ ਮਹਾਰਾਜ ਕਹਿੰਦੇ ਇਸ ਸਰੀਰ ਰੂਪੀ ਭੱਠੀ ਅੰਦਰ ਵੀ ਜਿਹੜਾ ਇਹ ਮਨੁਆ ਸੀ, ਇਹ ਵੀ ਸੜ ਗਿਆ। ਤੇ ਮਹਾਰਾਜ ਪਾਵਨ ਪਵਿੱਤਰ ਬਚਨ ਕਰਦੇ ਹਨ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ। ਜੇ ਗੁਰੂ ਮਿਲ ਜਾਏ, ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟ ਸਦੇਹਾ। ਮਨਮੁਖ ਮਾਇਆ ਮੋਹਿ ਵਿਆਪੈ ਇਹੋ ਮਨ ਤ੍ਰਿਸ਼ਨਾ ਜਲਤ ਤੇ ਖਈਆ, ਇਹ ਸੜ ਰਿਹਾ ਹੈ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ 부ਝੀ ਗੁਰ ਸ਼ਬਦ 부ਝਈਆ। ਤੇ ਸਤਿਗੁਰੂ ਮਾਲਕ ਜੀਆਂ ਨੇ ਰਹਿਮਤ ਕੀਤੀ, ਨਾਮ ਰੂਪੀ ਅੰਮ੍ਰਿਤ ਜਲ ਤਰੌਂਕਿਆ, ਛਿੱਟਾ ਮਾਰਿਆ ਨਾਮ ਰੂਪੀ ਅੰਮ੍ਰਿਤ ਜਲ ਦਾ ਇਸ ਤ੍ਰਿਸ਼ਨਾ ਉੱਪਰ।
ਸੜਦੇ ਹੋਏ ਮਨੂਏ ਦੇ ਉੱਪਰ ਮਾਲਕ ਜੀਆਂ ਨੇ ਫਿਰ ਹੋਇਆ ਕਿ ਅਗਨ ਬੁਝੀ ਗੁਰ ਸ਼ਬਦ ਬੁਝਈਆ। ਮਾਲਕ ਜੀਆਂ ਨੇ ਅਗਨ ਬੁਝਾ ਦਿੱਤੀ, ਗੁਰੂ ਦੇ ਸ਼ਬਦ ਨੇ ਉਹ ਅੱਗ ਬੁਝਾ ਦਿੱਤੀ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ, ਗੁਰੂ ਦੇ ਰਾਹੀਂ ਨਾਮ ਰੂਪੀ ਅੰਮ੍ਰਿਤ ਜਲ ਪਾਇਆ ਹੈ। ਅਗਨ ਬੁਝੀ ਗੁਰ ਸ਼ਬਦ ਬੁਝਈਆ, ਗੁਰੂ ਨੇ ਰਹਿਮਤ ਕੀਤੀ, ਉਹ ਅਗਨ ਨੂੰ ਠਾਰ ਦਿੱਤਾ ਨਾਮ ਰੂਪੀ ਅੰਮ੍ਰਿਤ ਦਾ ਛੱਟਾ ਦੇ ਕਰਕੇ। ਸਤਿਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਬਚਨ ਕਰਦੇ ਹਨ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਇਹੋ ਸਾਰਾ ਸੰਸਾਰ ਜਿਉਂ ਭਾਵੈ ਤਿਉਂ ਰਾਖ ਲੈ, ਹੇ ਮੇਰੇ ਮਾਲਕ ਸੱਚੇ ਪਾਤਸ਼ਾਹ ਸੰਸਾਰ ਪਿਆ ਸੜਦਾ ਹੈ, ਸਾਰੇ ਪਾਸੇ ਅੱਗ ਲੱਗੀ ਹੋਈ ਹੈ, ਤੇ ਮਾਲਕ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਜਿਤ ਦੁਆਰਾ ਉਭਰੈ ਤਿਤੈ ਲਿਹੋ ਉਬਾਰ। ਹੇ ਮੇਰੇ ਮਾਲਕ ਜੀ, ਜਿਸ ਵੀ ਤਰੀਕੇ ਦੇ ਨਾਲ ਇਹ ਸੜਨ ਤੋਂ ਬਚਦਾ ਹੈ, ਮਾਲਕ ਜੀ ਆਪ ਕਿਰਪਾ ਕਰਕੇ ਤੁਸੀਂ ਇਹਨੂੰ ਬਚਾਉਣਾ ਕਰੋ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ। ਗੁਰੂ ਦੇ ਸ਼ਬਦ ਦੇ ਰਾਹੀਂ ਭਾਈ ਇਹ ਅਗਨ ਬੁਝੀ ਹੈ। ਇਹੋ ਮਨ ਨਾਚੈ ਸਤਿਗੁਰ ਆਗੈ, ਅਨਹਦ ਸ਼ਬਦ ਧੁਨ ਤੂਰ ਬਜਈਆ। ਹੁਣ ਮੇਰਾ ਮਨੂਆ ਮੇਰੇ ਮਾਲਕ ਦੇ ਸਾਹਮਣੇ ਨੱਚਦਾ ਹੈ। ਸਾਹਮਣੇ ਨੱਚਣਾ ਕੀ ਹੈ? ਸਾਹਮਣੇ ਨੱਚਣਾ ਹੈ ਵੀ ਉਹਦੀ ਰਜਾ ਅਨੁਸਾਰ ਤੁਰਦਾ ਹੈ। ਵਰਨਾ ਮਹਾਰਾਜ ਜੀ ਤਾਂ ਕਹਿੰਦੇ ਹਨ ਭਾਈ, ਇਹ ਜਿਹੜਾ ਮਨੂਆ ਹੈ ਇਹ ਤਾਂ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ, ਸੋਈ ਜਿਉ ਨਾ ਵੱਜਦਾ ਜਿਸ ਅੱਲਾਹ ਕਰਦਾ ਸਾਰ। ਇਹ ਤਾਂ ਜਿਹੜਾ ਮਨੂਆ ਹੈ ਉਹ ਤਾਂ ਮਾਇਆ ਦਾ ਵਜਾਇਆ ਹੋਇਆ ਹੀ ਵੱਜਦਾ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਜਿਹੜੇ ਭਗਤ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇੱਥੇ ਮਹਾਰਾਜ ਕਹਿੰਦੇ ਇਹੋ ਮਨ ਨਾਚਾ ਸਤਿਗੁਰ ਆਗਾ। ਹੁਣ ਜਿਹੜਾ ਮੇਰਾ ਮਨੂਆ ਹੈ ਨਾ, ਉਹ ਗੁਰੂ ਸਾਵੇਂ ਨੱਚਦਾ ਹੈ। ਗੁਰੂ ਸਾਵੇਂ ਨੱਚਦਾ ਕਹੀਏ, ਗੁਰੂ ਦੇ ਪਾਵਨ ਪਵਿੱਤਰ ਬੋਲਾਂ ਅਨੁਸਾਰ ਹੀ ਹੋ ਗਿਆ ਹੈ। ਜਿਸ ਪਾਸੇ ਗੁਰੂ ਪ੍ਰੇਰਦੇ ਹਨ, ਮਨੂਆ ਉਸੇ ਤਰ੍ਹਾਂ ਹੀ ਨੱਚਦਾ ਹੈ, ਉਸੇ ਪਾਸੇ ਹੀ ਜਾਂਦਾ ਹੈ, ਔਰ ਲਗਾਤਾਰ ਨਾਮ ਰੂਪੀ ਅਨਹਦ ਰਸ ਦੀ ਧਾਰ ਚੁੰਦੀ ਹੈ। ਹਰ ਹਰ ਉਸਤਤ ਕਰੈ ਦਿਨ ਰਾਤੀ, ਇਹ ਭਾਈ ਉਹਨੇ ਹਰੀ ਪਰਿਪੂਰਨ ਪਰਮਾਤਮਾ ਦੀ ਉਸਤਤ ਦਿਨ ਰਾਤ ਗਾਇਨ ਕੀਤੀ। ਰੱਖ ਰੱਖ ਚਰਨ ਹਰ ਤਾਲ ਪੁਰਈਆ, ਔਰ ਮਾਲਕ ਜੀ ਦੇ ਹੁਕਮ ਦੇ ਅੰਦਰ ਹੀ ਹੁਣ ਇਹ ਤਾਲ ਪੂਰ ਰਿਹਾ ਹੈ। ਹੁਣ ਉਹ ਉਸੇ ਤਰ੍ਹਾਂ ਹੈ ਮਨੂਆ, ਜਦੋਂ ਮਾਲਕ ਜੀ ਨੇ ਰਹਿਮਤ ਕੀਤੀ ਹੈ ਉਸੇ ਤਰ੍ਹਾਂ ਹੀ ਨੱਚਦਾ ਹੈ ਜਿਵੇਂ ਗੁਰੂ ਨਚਾਉਂਦਾ ਹੈ, ਜਿਵੇਂ ਇਹਦਾ ਮਾਲਕ ਇਹਨੂੰ ਪ੍ਰੇਰਦਾ ਹੈ। ਹਰ ਹਰ ਉਸਤਤ ਕਰੈ ਦਿਨ ਰਾਤੀ, ਰਖ ਰਖ ਚਰਨ ਹਰ ਤਾਲ ਪੂਰਈਆ। ਹੁਣ ਆਪਣਾ ਪੈਰ ਉਸੇ ਤਾਲ ਨਾਲ ਵਜਾਉਂਦਾ ਹੈ, ਭਾਵ ਗੁਰੂ ਦੀ ਰਜਾ ਦੇ ਅੰਦਰ ਹੈ। ਹਰ ਕੈ ਰੰਗ ਲੱਤਾ ਮਨ ਗਾਵੈ, ਹਰੀ ਪਰਿਪੂਰਨ ਪਰਮਾਤਮਾ ਜਿਉ ਕੇ ਨਾਮ ਰੰਗ ਦੇ ਅੰਦਰ ਰੱਤਾ ਹੋਇਆ ਮਨ ਗਾ ਰਿਹਾ ਹੈ। ਰਸ ਰਸਾ ਰਸ ਰਸਾਲ ਰਸ ਸ਼ਬਦ ਰਵਈਆ, ਉਹ ਰਸਾਂ ਦਾ ਘਰ ਪਰਿਪੂਰਨ ਪਰਮਾਤਮਾ ਉਹਦੇ ਸ਼ਬਦ ਰਵਈਆ ਕਹੀਏ, ਉਹਦੇ ਸ਼ਬਦਾਂ ਦੇ ਅੰਦਰ ਜੁੜਿਆ ਹੈ। ਹਰ ਕੈ ਰੰਗ ਰੱਤਾ ਮਨ ਗਾਵੈ, ਰਸ ਰਸਾਲ ਰਸ ਸ਼ਬਦ ਰਵਈਆ। ਉਹ ਰਸਾਂ ਦੇ ਘਰ ਉਸ ਪਰਿਪੂਰਨ ਪਰਮਾਤਮਾ ਜਿਉ ਕੇ ਨਾਮ ਰੂਪੀ ਉੱਤਮ ਰਸ ਨੂੰ ਇਹ ਪੀਵੰਦਾ ਹੈ। ਨਿਜ ਘਰ ਧਾਰ ਚੁਐ ਅਤ ਨਿਰਮਲ, ਨਿਜ ਘਰ ਧਾਰ ਪਰਿਪੂਰਨ ਪਰਮਾਤਮਾ ਜਿਉ ਕੇ ਨਾਮ ਰੂਪੀ ਰਸ ਅੰਮ੍ਰਿਤ ਰੂਪੀ ਧਾਰ ਜੋ ਲਗਾਤਾਰ ਫਿਰ ਉਹਦੇ ਹਿਰਦੇ ਦੇ ਅੰਦਰ ਟਪਕਦੀ ਹੈ। ਉਹ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਲਗਾਤਾਰ ਹੀ ਜੀਵਨ ਵਿੱਚ ਪੀਵੰਦਾ ਹੈ। ਹਰ ਵੇਲੇ ਹੀ
ਪਰਿਪੂਰਨ ਪਰਮਾਤਮਾ ਜਿਉ ਕੇ ਨਾਮ ਨੂੰ ਉਹ ਜੀਵਨ ਵਿੱਚ ਮਾਣਦਾ ਹੈ। ਜਿਨ ਪੀਆ ਤਿਨ ਹੀ ਸੁਖ ਲਹੀਆ। ਇਹ ਭਾਈ ਜਿਨੇ ਫਿਰ ਉਹ ਨਾਮ ਪੀਤਾ ਉਹਨੇ ਹੀ ਵੱਡਾ ਸੁਖ ਪ੍ਰਾਪਤ ਕੀਤਾ ਹੈ। ਉਹਨਾਂ ਦੇ ਲਭਾਂ ਨੂੰ, ਉਹਨਾਂ ਦਿਆਂ ਬੁੱਲਾਂ ਨੂੰ ਪਰਿਪੂਰਨ ਪਰਮਾਤਮਾ ਜਿਉ ਕਾ ਨਾਮ ਦੀ ਭਾਵ ਇਹ ਪਿਆਲਾ ਲੱਗਾ ਹੋਇਆ ਹੈ। ਨਾਮ ਦਾ ਇਹ ਪਿਆਲਾ ਪੀਵਦੇ ਹਨ। ਮਨ ਹਠ ਕਰਮ ਕਰੈ ਅਭਿਮਾਨੀ। ਹੇ ਭਾਈ ਹੁਣ ਦੂਸਰੇ ਪਾਸੇ ਗੱਲ ਮਹਾਰਾਜੀਆਂ ਨੇ ਮਨ ਹਠ ਮਨਮੁਖ ਦੀ ਵੀ ਕੀਤੀ ਹੈ। ਕਹਿੰਦੇ ਜੀਵ ਨੇ ਕਰਮ ਕਾਂਡ ਕੀਤੇ ਹਨ ਮਨ ਦੇ ਹੱਠ ਦੇ ਨਾਲ। ਵੇਖੋ ਸਤਿਗੁਰੂ ਮਹਾਰਾਜ ਜੀਓ ਕੇ ਘਰ ਦੇ ਅੰਦਰ ਧਿਆਨ ਦੇਣਾ ਹੁਣ ਇਸ ਨੁਕਤੇ ਤੇ। ਕੱਲ ਵੀ ਮੇਰਾ ਖਿਆਲ ਪਰਸੋਂ ਸ਼ਬਦ ਵਿਚਾਰ ਸੀ ਮਨ ਹਠ ਤਥਾ ਪ੍ਰੇਮ ਕੀ ਹੈ। ਮਨ ਹਠ ਕਰਮ ਕਰੈ ਅਭਿਮਾਨੀ। ਅਭਿਮਾਨੀ ਨੇ ਕੰਮ ਕੀਤਾ ਮਨ ਦੇ ਹੱਠ ਦੇ ਨਾਲ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਜਿਹੜੀ ਸੰਧਿਆ ਵੇਲੇ ਦੀ ਇੱਥੇ ਸਥਾਨਾਂ ਤੇ ਕਥਾ ਵਾਰਤਾ ਚੱਲ ਰਹੀ ਹੈ, ਸੁਮੇਰ ਪਰਬਤ ਤੇ ਮਹਾਰਾਜ ਜੀ ਜਦੋਂ ਪਹੁੰਚਦੇ ਨੇ ਉੱਥੇ ਵੀ ਇਹੋ ਹੀ ਵਿਚਾਰ ਚੱਲੀ, ਭਾਈ ਤੁਸੀਂ ਮਨ ਹੱਠ ਦੇ ਨਾਲ ਲੰਮੀਆਂ ਲੰਮੀਆਂ ਸਾਧਨਾਵਾਂ ਸਾਧ ਲਈਆਂ, ਇਹਦੇ ਨਾਲ ਕੱਲੀ ਸਾਧਨਾ ਸਾਧੀ ਜਿੱਥੇ ਤੁਹਾਡੀ ਉਮਰ ਵਧੀ ਤੁਹਾਡਾ ਅਹੰਕਾਰ ਵੀ ਵੱਧ ਗਿਆ। ਕੱਲੀ ਮਹਾਰਾਜ ਕਹਿੰਦੇ ਤੁਸੀਂ ਉਮਰ ਨਹੀਂ ਵਧਾਈ, ਉਮਰ ਵਧਾਉਂਦਿਆਂ ਵਧਾਉਂਦਿਆਂ ਤੁਸੀਂ ਆਪਣਾ ਮਾਣ ਅਹੰਕਾਰ ਵੀ ਵਧਾ ਲਿਆ। ਇਹ ਕਈ ਵਾਰ ਸੇਵਾ ਕਰਦਿਆਂ ਕਰਦਿਆਂ ਸੂਖਸ਼ਮ ਹਉਮੈ ਵੀ ਪੈਦਾ ਹੁੰਦੀ ਹੈ, ਜਿਹਦੇ ਤੋਂ ਅਤਿਅੰਤ ਸੇਵਕ ਜਨ ਨੂੰ ਉਸ ਮਾਰਗ ਦੇ ਉੱਪਰ ਤੁਰਨ ਵਾਲੇ ਪਾਂਧੀ ਨੂੰ ਅਤਿਅੰਤ ਸਾਵਧਾਨੀ ਨਾਲ ਤੁਰਨ ਦੀ ਲੋੜ ਹੈ। ਕਿਤੇ ਨਾਮ ਸਿਮਰਨ ਦੇ ਨਾਲ ਤਾਂ ਹਉਮੈ ਖਤਮ ਹੋਣੀ ਹੈ, ਸੇਵਾ ਸਿਮਰਨ ਦੇ ਨਾਲ ਤਾਂ ਹਉਮੈ ਖਤਮ ਹੋਣੀ ਹੈ, ਕਥਾ ਕਰਨ ਦੇ ਨਾਲ, ਕਥਾ ਸੁਣਨ ਦੇ ਨਾਲ ਤਾਂ ਹਉਮੈ ਖਤਮ ਹੋਣੀ ਹੈ। ਕਥਾ ਕਰਦਿਆਂ ਹਿਰਦੇ ਅੰਦਰ ਇਹੋ ਆ ਗਿਆ ਮੇਰੇ ਜੈਸੀ ਕਥਾ ਵਾਰਤਾ ਕੋਈ ਹੋਰ ਨਹੀਂ ਕਰਦਾ, ਮੇਰੇ ਜੈਸਾ ਕੋਈ ਨਾਮ ਸਿਮਰਨ ਭਜਨੀਕ ਨਹੀਂ ਹੈ ਭਾਈ, ਉਹ ਹਉਮੈ ਦਾ ਇੱਕ ਸਵਰੂਪ ਪੈਦਾ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਰਹਿਮਤ ਕੀਤੀ, ਉਸ ਥਾਂ ਤੇ ਉਹਨਾਂ ਨੂੰ ਜਦੋਂ ਸਮਝਾਇਆ ਜਾਂ ਪਾਵਨ ਪਵਿੱਤਰ ਬਾਣੀ ਅੰਦਰ ਤੁਰੇ ਤਾਂ ਹੈਨ ਉਹ, ਪਰ ਉਹ ਕਰਮ ਕਾਂਡ ਕਰ ਰਹੇ ਹਨ। ਮਨ ਹੱਠ ਕਰਮ ਕਰੈ ਅਭਿਮਾਨੀ। ਮਨ ਦੇ ਹੱਠ ਦੇ ਨਾਲ ਅਭਿਮਾਨੀ ਨੇ ਕਰਮ ਕੀਤਾ ਹੈ। ਜਿਉ ਬਾਲਕ ਬਾਲੋ ਘਰੋ ਸਰਈਆ। ਜਿਵੇਂ ਬਾਲਕ ਨੇ, ਇੱਕ ਬੱਚੇ ਨੇ ਸਮੁੰਦਰ ਦੇ ਕੰਢੇ ਤੇ ਰੇਤ ਸੀ ਤੇ ਰੇਤ ਦਾ ਘਰ ਬਣਾ ਲਿਆ। ਬੱਚੇ ਬਣਾਉਂਦੇ ਨੇ ਨਾ, ਮਿੱਟੀ ਦੇ ਅੰਦਰ ਖੇਡਦਿਆਂ ਖੇਡਦਿਆਂ ਬੱਚਿਆਂ ਨੇ ਘਰ ਬਣਾਇਆ। ਜਿਉਂ ਬਾਲਕ ਬਾਲੂ ਘਰੋ ਸਰਈਆ। ਜਿਵੇਂ ਉਹਨਾਂ ਨੇ ਘਰ ਸਿਰਜਿਆ ਹੈ ਬੱਚਿਆਂ ਨੇ, ਕਹਿੰਦੇ ਜਿਹੜਾ ਕਰਮ ਕਾਂਡੀ ਹੈ ਉਹਦੇ ਕਰਮ ਵੀ ਇਸੇ ਤਰ੍ਹਾਂ ਹਨ, ਭਾਵ ਉਹ ਕੋਈ ਸਥਿਰਤਾ ਨਹੀਂ ਹੈ ਉਹਨਾਂ ਦੇ ਕੰਮਾਂ ਵਿੱਚ, ਉਹਨਾਂ ਦੇ ਕੰਮ ਵੀ ਐਸੇ ਹਨ। ਸਤਿਗੁਰੂ ਜੀਆਂ ਨੇ ਉਦਾਹਰਣ ਦਿੱਤੀ, ਕਿਵੇਂ ਜੀ? ਜਿਵੇਂ ਇੱਕ ਬੱਚੇ ਨੇ, ਜਿਵੇਂ ਇੱਕ ਬਾਲਕ ਨੇ ਬਾਲੂ ਦਾ ਰੇਤ ਦਾ ਘਰ ਉਸਾਰਿਆ ਹੈ। ਆਵੈ ਲਹਿਰ ਸਮੁੰਦ ਸਾਗਰ ਕੀ। ਤੇ ਕਹਿੰਦੇ ਫਿਰ ਉਸ ਥਾਂ ਤੇ ਸਮੁੰਦਰ ਦੀ ਲਹਿਰ ਆਈ। ਸਮੁੰਦਰ ਦੀ ਲਹਿਰ ਆਈ ਹੋਈ ਲਹਿਰ ਨੇ ਆਵੈ ਖਿਨ ਮਹਿ ਭਿੰਨ ਭਿੰਨ ਟਹਿ ਪਈਆ। ਕਹਿੰਦੇ ਆਵੈ ਲਹਿਰ ਸਮੁੰਦ ਸਾਗਰ ਕੀ। ਬੱਚੇ ਨੇ ਘਰ ਬਣਾਇਆ ਸਮੁੰਦਰ ਦੇ ਕੰਢੇ ਤੇ। ਕਾਹਦਾ ਬਣਾਇਆ ਜੀ? ਬਾਲੂ ਦਾ। ਆਵੈ ਲਹਿਰ ਸਮੁੰਦ ਸਾਗਰ ਕੀ, ਖਿਨ ਮੈਂ ਭਿੰਨ ਭਿੰਨ ਢਹਿ ਪਈਆ। ਉਸੇ ਵਕਤ ਹੀ ਆਈ ਹੋਈ ਲਹਿਰ ਦੇ ਨਾਲ ਉਹਨਾਂ ਦੇ ਬਣਾਏ ਹੋਏ ਘਰ ਵੀ ਸਾਰੇ ਖਤਮ ਹੋ ਗਏ। ਇਸੇ ਤਰ੍ਹਾਂ ਹੀ ਮਨ ਹੱਠ ਦੇ ਨਾਲ ਕੀਤੇ ਹੋਏ ਜਿਹੜੇ ਕਰਮ ਧਰਮ ਸਨ ਉਹ ਵੀ ਇਸੇ ਤਰ੍ਹਾਂ ਹੀ ਨਾਸ਼ ਹੋ ਗਏ। ਭਾਵ ਉਹਨਾਂ ਦੇ ਅੰਦਰ ਸਥਿਰਤਾ ਨਹੀਂ ਹੈ। ਮਨਮੁਖ ਮਨ ਹੱਠ ਜਿਹੜੇ ਕਰਮ ਸਨ, ਜਿਹੜੇ ਅਭਿਮਾਨ ਸਹਿਤ ਜਿਨ੍ਹਾਂ ਨੇ ਭਾਵ ਉਹ ਕਾਰਜ ਕੀਤੇ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਉਦਾਹਰਣ ਦਿੰਦੇ ਹਨ। ਤਥਾ ਇਸੇ ਉਦਾਹਰਣ ਦੇ ਨਾਲ ਸਤਿਗੁਰੂ ਫਿਰ ਅਗਲੀ ਉਦਾਹਰਣ ਇਹ ਵੀ ਬਖਸ਼ਦੇ ਹਨ। ਜਗਤ ਦੇ ਅੰਦਰ ਉਸ ਪਰਿਪੂਰਨ ਪਰਮਾਤਮਾ ਬ੍ਰਹਮ ਦੀ ਅਭੇਦਤਾ ਦੱਸਦੇ ਹਨ।
हे ਮੇਰੇ ਮਾਲਕ ਜੀ, ਜੇ ਇਹ ਜਗਤ ਆਪ ਜੀ ਦਾ ਹੀ ਤਾਂ ਸਿਰਜਿਆ ਹੋਇਆ ਹੈ, ਹੁਣ ਉਸੇ ਜਗਤ ਦੇ ਨਾਲ ਪਰਿਪੂਰਨ ਪਰਮਾਤਮਾ ਉਸ ਬ੍ਰਹਮ ਦੀ ਅਭੇਦਤਾ ਬਿਆਨ ਕਰਦੇ ਹਨ। ਹਰ ਸਰ ਸਾਗਰ ਹਰ ਹੈ ਆਪੇ, ਇਹ ਪਰਿਪੂਰਨ ਪਰਮਾਤਮਾ ਹਰ ਸਰ ਸਾਗਰ, ਆਪ ਹੀ ਸਾਗਰ ਹੋ, ਤਥਾ ਆਪ ਹੀ ਉਹ ਲਹਿਰ, ਤਥਾ ਆਪ ਹੀ ਉਹ ਜਗਤ ਹੋ। ਇਹੋ ਜਗ ਹੈ ਸਭ ਖੇਲ ਖੇਲਈਆ, ਇਹ ਪਰਿਪੂਰਨ ਪਰਮਾਤਮਾ ਆਪੇ ਸਾਗਰ, ਆਪੇ ਇਹ ਜਗਤ, ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸਭ ਖੇਲ ਖਲਈਆ। ਇਹ ਮੇਰੇ ਮਾਲਕ ਸੱਚੇ ਪਾਤਸ਼ਾਹ, ਇਹ ਤੁਹਾਡੀ ਜਗਤ ਦੀ ਆਪਣੀ ਸਿਰਜੀ ਹੋਈ ਖੇਡ ਹੈ। ਇਉਂ ਕਹਿ ਲਈਏ ਕਿ ਮਾਲਕ ਜੀ, ਸਿਰਜਣ ਵਾਲਾ ਵੀ ਤੂੰ ਹੈ ਤਥਾ ਨਾਸ਼ ਕਰਨ ਵਾਲਾ ਵੀ ਤੂੰ ਹੈ। ਮਾਲਕ ਜੀ, ਸਿਰਜਦੇ ਵੀ ਤੁਸੀਂ ਆਪ ਹੋ ਤਥਾ ਨਾਸ਼ ਵੀ ਕਰਨ ਹਾਰੇ ਤੁਸੀਂ ਆਪ ਹੋ। ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸਭ ਖੇਲ ਖਲਈਆ, ਤਥਾ ਇਹ ਜਗਤ ਦਾ ਜਿਹੜਾ ਆਉਣਾ ਜਾਣਾ ਉਹ ਉਸੇ ਤਰ੍ਹਾਂ ਹੀ ਹੈ। ਅਤ ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਅਕਸਰ ਇਹ ਉਦਾਹਰਣ ਦਿੰਦੇ ਸਨ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਇੱਕ ਤਾਂ ਜਿਹੜੀ ਉਦਾਹਰਣ ਇਸ ਪ੍ਰਕਰਣ ਤੇ ਦਿੱਤੀ, ਇੱਕ ਉਦਾਹਰਣ ਦਿੱਤੀ ਜਗਤ ਦੀ ਨਾਸ਼ਮਾਨਤਾ ਤੇ। ਜਗਤ ਦੀ ਨਾਸ਼ਮਾਨਤਾ ਕਿਸ ਤਰ੍ਹਾਂ ਹੈ? ਜਿਸ ਤਰ੍ਹਾਂ ਬੱਚੇ ਨੇ ਘਰ ਉਸਾਰਿਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਚੇ ਸਮੁੰਦਰ ਦੇ ਕਿਨਾਰੇ ਖੇਡਦੇ ਰਹੇ, ਮਿੱਟੀ ਦੇ ਘਰ ਬਣਾਏ, ਚਾਈ ਚਾਈ ਸ਼ਾਮਾਂ ਪਈਆਂ। ਮਾਂ ਨੇ ਘਰ ਆਵਾਜ਼ ਦਿੱਤੀ, ਬੱਚੇ ਜਿਵੇਂ ਆਏ ਤੁਰਨ ਤੋਂ ਪਹਿਲਾਂ ਜਿੰਨੇ ਚਾਅ ਦੇ ਨਾਲ ਘਰ ਬਣਾਇਆ, ਓਨੇ ਚਾਅ ਦੇ ਨਾਲ ਇੱਕ ਦੂਸਰੇ ਦਾ ਘਰ ਵੀ ਢਾਣ ਲੱਗੇ। ਸਵੇਰ ਦੇ ਲੱਗੇ ਹਨ ਸਿਰਜਣ, ਜਦੋਂ ਮਾਂ ਨੇ ਸ਼ਾਮ ਦੇ ਵੇਲੇ ਘਰ ਆਵਾਜ਼ ਦਿੱਤੀ, ਇੱਕ ਦੂਸਰੇ ਦੇ ਬਣਾਏ ਹੋਏ ਘਰ ਨੂੰ ਲੱਤਾਂ ਮਾਰ ਕੇ ਢਾਣ ਵੀ ਲੱਗੇ। ਮਹਾਰਾਜ ਕਹਿੰਦੇ, ਦੱਸੋ ਭਾਈ, ਹੁਣ ਢਾਉਂਦਿਆਂ ਹੋਇਆਂ ਕਿਸੇ ਦੇ ਮਨ ਵਿੱਚ ਕੋਈ ਸ਼ੋਕ ਹੋਇਆ? ਕਿਸੇ ਦੇ ਮਨ ਦੇ ਅੰਦਰ ਕੋਈ ਰੰਜ ਆਇਆ? ਕੋਈ ਇਹਦੇ ਵਿੱਚ ਆਇਆ? ਆਪੇ ਬਣਾਇਆ, ਆਪੇ ਉਹਨਾਂ ਢਾ ਦਿੱਤਾ। ਹੇ ਪਰਿਪੂਰਨ ਪਰਮਾਤਮਾ, ਇਸੇ ਤਰ੍ਹਾਂ ਇਹ ਜਗਤ ਹੈ, ਆਪੇ ਤੂੰ ਬਣਾਉਣ ਵਾਲਾ ਹੈ, ਆਪੇ ਹੀ ਤੂੰ ਢਾਣ ਵਾਲਾ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਉਹਨਾਂ ਦੇ ਫਰਜ਼ੰਦ ਛੇਵੇਂ ਪਾਤਸ਼ਾਹ ਜੀ ਦੇ ਸਪੁੱਤਰ ਚੜ੍ਹਾਈ ਕਰ ਗਏ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਰਿਸ਼ਤੇ ਵਿੱਚ ਸਾਂਢੂ ਦਾ ਰਿਸ਼ਤਾ ਹੈ ਭਾਈ ਸਾਈਂ ਦਾਸ ਜੀ ਦਾ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਕੋਲ ਆਏ ਤੇ ਮਹਾਰਾਜ ਜੀਆਂ ਦੇ ਕੋਲ ਜਦੋਂ ਬੈਠਿਆਂ ਸਾਰੀਆਂ ਸੰਗਤਾਂ ਹੋਰ ਵੀ ਆਣ ਕੇ ਜੁੜੀਆਂ, ਭਾਈ ਸਾਈਂ ਦਾਸ ਜੀ ਵੀ ਉੱਥੇ ਆਣ ਕੇ ਬੈਠ ਗਏ। ਮਹਾਰਾਜ ਜੀਆਂ ਨੂੰ ਬਚਨ ਕਰਨ ਲੱਗੇ, ਪਾਤਸ਼ਾਹ ਆਪ ਜੀਆਂ ਦਾ ਫਰਜ਼ੰਦ, ਆਪ ਜੀਆਂ ਦਾ ਸਪੁੱਤਰ ਚੜ੍ਹਾਈ ਕਰ ਗਿਆ ਹੈ। ਗੁਰਦੇਵ ਮਹਾਰਾਜ ਜੀਆਂ ਨੇ ਨਾ ਸਾਈਂ ਦਾਸ ਜੀਆਂ ਨੂੰ, ਜਾਂ ਸਾਨੂੰ ਕਹਿ ਲਈਏ, ਸਾਨੂੰ ਸਮਝਾਉਣ ਵਾਸਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ, ਸਾਈਂ ਦਾਸ ਆ ਧਰਤੀ ਤੇ ਬੈਠਿਆਂ ਲੀਕ ਖਿੱਚੋ। ਸਾਈਂ ਦਾਸ ਜੀਆਂ ਨੇ ਲੀਕ ਖਿੱਚੀ, ਬੈਠਿਆਂ ਹੋਇਆਂ ਹੱਥ ਦੇ ਨਾਲ ਹੀ ਧਰਤੀ ਤੇ। ਮਹਾਰਾਜ ਕਹਿੰਦੇ, ਇਹਨੂੰ ਮੇਟ ਦਿਓ। ਸਾਈਂ ਦਾਸ ਜੀਆਂ ਨੇ ਬੈਠਿਆਂ ਹੋਇਆਂ ਹੱਥ ਦੇ ਨਾਲ ਹੀ ਲੀਕ ਸੀ ਜਿਹੜੀ ਖਿੱਚੀ ਹੋਈ ਮਿਟਾ ਦਿੱਤੀ। ਮਹਾਰਾਜ ਕਹਿੰਦੇ, ਕੁਝ ਸਮਝੇ ਇਹਦੇ ਵਿੱਚੋਂ? ਪਾਤਸ਼ਾਹ ਦੇ ਵਿੱਚ ਕੀ ਸਮਝਣਾ ਸੀ? ਤੁਸਾਂ ਹੁਕਮ ਕੀਤਾ ਲੀਕ ਖਿੱਚਣ ਦਾ, ਖਿੱਚ ਦਿੱਤੀ। ਤੁਸਾਂ ਹੁਕਮ ਕੀਤਾ ਢਾਣ ਦਾ, ਮੈਂ ਢਾ ਦਿੱਤੀ। ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ, ਇਹੋ ਹੀ ਤਾਂ ਜਗਤ ਦੀ ਉਹ ਖੇਡ ਹੈ। ਆਪੇ ਉਹ ਪਰਿਪੂਰਨ ਪਰਮਾਤਮਾ ਖਿੱਚਣ ਵਾਲਾ, ਆਪੇ ਹੀ ਉਹ ਮਿਟਾਉਣ ਵਾਲਾ ਹੈ। ਉਸ ਪਰਿਪੂਰਨ ਪਰਮਾਤਮਾ ਦੀ ਰਜ਼ਾ ਦੇ ਅੰਦਰ ਜੀਵ ਆਇਆ, ਉਸੇ ਪਰਿਪੂਰਨ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਇਹ ਜੀਵ ਇਸ ਸੰਸਾਰ ਤੋਂ ਚਲਾ ਗਿਆ। ਉਸ ਪਰਿਪੂਰਨ ਪਰਮਾਤਮਾ ਨੇ ਆਵਣ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਮਹਾਰਾਜ ਜੀ ਬਚਨ ਕਰਦੇ ਹਨ, ਭਾਈ ਉਹ ਆਪ ਹੀ ਸਾਗਰ ਹੈ, ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸਭ ਖੇਲ ਖੇਲਈਆ। ਇਹੋ ਜਗਤ ਮਾਲਕ ਜੀ ਨੇ ਸਾਰੇ ਪਾਸੇ
ਉਸ ਪਰਿਪੂਰਨ ਪਰਮਾਤਮਾ ਜੀਓ ਨੇ ਇਹ ਜਿਹੜੀ ਖੇਡ ਹੈ ਉਹ ਸਿਰਜੀ ਹੋਈ ਹੈ। ਜਿਉ ਜਲ ਤਰੰਗ ਜਲ ਜਲ ਹੈ ਸਮਾਵਹਿ। ਜਿਸ ਤਰ੍ਹਾਂ ਉੱਠੀਆਂ ਹੋਈਆਂ ਜਲ ਦੀਆਂ ਤਰੰਗਾਂ ਮੁੜ ਜਲ ਦੇ ਅੰਦਰ ਹੀ ਸਮਾ ਜਾਂਦੀਆਂ ਹਨ, ਜਲ ਦੇ ਵਿੱਚੋਂ ਉੱਠੀਆਂ ਜਲ ਦੇ ਵਿੱਚ ਹੀ ਸਮਾ ਗਈਆਂ। ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇਆ। ਉਹਦੇ ਵਿੱਚੋਂ ਹੀ ਉੱਠੀਆਂ ਹਨ ਤਥਾ ਜਲ ਦੇ ਅੰਦਰ ਹੀ ਉੱਠੀਆਂ ਹੋਈਆਂ ਤਰੰਗਾਂ ਸਮਾ ਗਈਆਂ। ਨਾਨਕ ਆਪੇ ਆਪ ਰਮਈਆ। ਇਹ ਭਾਈ ਜਿਉਂ ਜਲ ਤਰੰਗ ਜਲ ਜਲੈ ਸਮਾਵੈ, ਨਾਨਕ ਆਪੇ ਆਪ ਰਮਈਆ। ਉਹ ਪਰਿਪੂਰਨ ਪਰਮਾਤਮਾ ਜੀ ਦੀ ਸਾਜੀ ਹੋਈ ਖੇਡ, ਉਸ ਪਰਿਪੂਰਨ ਪਰਮਾਤਮਾ ਜੀ ਦੀ ਬਣਾਈ ਹੋਈ ਇਹ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਉਸ ਪਰਿਪੂਰਨ ਪਰਮਾਤਮਾ ਦੀ ਸਿਰਜੀ ਹੋਈ। ਆਪ ਹੀ ਉਹ ਪਰਿਪੂਰਨ ਪਰਮਾਤਮਾ ਭਾਈ ਸਾਰੇ ਪਾਸੇ ਰਮਿਆ ਹੋਇਆ ਹੈ। ਉਹ ਪਰਿਪੂਰਨ ਪਰਮਾਤਮਾ ਜੀ ਦੀ ਜੋਤ ਸਾਰੇ ਪਾਸੇ ਹੀ ਰਮੀ ਹੋਈ ਹੈ। ਸਤਿਗੁਰੂ ਸ੍ਰੀ ਗੁਰੂ अर्जुन देव महाराज जियों के पावन पवित्र श्री मुख वाक आए सन। और धन धन सतगुरु श्री गुरु रामदास महाराज जियों की पावन पवित्र बाणी विचों जो लड़ीवार पावन पवित्र शब्द विचार सी साध संगत जियो चल रही सी। एक पावन पवित्र शब्द की कथा विचार आप साध संगत जियां दे नाल साध संगत जियो सांझी कीती है। महाराज जियों के पावन पवित्र शब्दां दी कथा विचार करदियां एक नहीं अनेकां गलतियां हो गईयां हन। सतगुरु जी तथा सतगुरु जी दी संगत बख्शण योग है। साध संगत जियो बख्श लैना जी। वाहिगुरु 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 वाहिगुरु। मैं कर देना। वाहिगुरु 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 वाहे। वाहिगुरु 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 वाहिगुरु। वाहिगुरु जी का खालसा वाहिगुरु जी की फतेह।